सरकार की ओर से गौ संरक्षण के नाम पर काउ टैक्स तो लिया जा रहा है, परंतु इसके बावजूद इनके लिए कुछ भी नहीं किया जा रहा। इसी की एक मिसाल पठानकोट में देखने को मिली, जहां मौके पर जानकारी देते हुए रियल ह्यूमैनिटी संस्था के सदस्य गुरदीप सिंह ने बताया कि आज सुबह 5 बजे जम्मू जालंधर बाईपास पर गांव बड़ौली के पास सड़क दुर्घटना में एक गऊ बुरी तरह से जख्मी हो गई थी और जब इस संबंध में नगर निगम में फोन किया तो एक आदमी सिर्फ मौका देखने आ गया। जब उसे कहा कि इसे इलाज के लिए अस्पताल ले चलते हैं तो उसने कहा कि वह सिर्फ अकेला मौका देखने आया है और तत्पश्चात जब डॉक्टर का फोन भी आया तो उन्होंने भी यही कहा कि आप इसे उठाकर कैटल पॉइंट पहुंचा दो और आपके अकाउंट में 300 से 400 रुपये डाल देंगे। ऐसे में संस्था सदस्यों ने अपनी नाराजगी व्यक्त करते हुए कहा कि इस समय गऊ को इलाज की जरूरत है, ना कि झूठे वादों की। उन्होंने विभागों की ओर से अपनी जिम्मेवारी के नाम पर बस खाना पूर्ति करने की बात कही। उन्होंने कहा कि करोड़ों का काउ टैक्स विभाग द्वारा जो लोगों से एकत्रित किया जाता है वह कहाँ जाता है और इन बेसहारा पशुओं का विभाग सहारा क्यों नहीं बनता। ਇੱਥੇ ਸਰ 5 ਵਜੇ ਦਾ ਇੱਕ ਐਕਸੀਡੈਂਟ ਹੋਇਆ। ਜੰਮੂ ਹਾਈਵੇ ਹੈ, ਜੰਮੂ ਜਲੰਧਰ ਹਾਈਵੇ ਗ੍ਰਿਫ ਦੇ ਸਾਹਮਣੇ ਪੜੋਲੀ ਕਲਾਂ ਜਿਹੜਾ ਪਿੰਡ ਹੈਗਾ ਇੱਧਰ ਨੂੰ ਹੋਇਆ ਹੈਗਾ। ਉਸ ਤੋਂ ਬਾਅਦ ਚਲੋ ਮੁੰਡਿਆਂ ਨੇ ਜਿਹੜੇ ਇੱਧਰ ਲੋਕਲ ਸੀਗੇ ਚੁੱਕ ਕੇ ਗਾਈ ਨੂੰ ਸਾਈਡ ਕੀਤਾ ਆ। ਸਾਨੂੰ 6 ਵਜੇ ਤੱਕ ਪਤਾ ਲੱਗਾ ਜੀ ਕਿ ਇੱਦਾਂ ਐਕਸੀਡੈਂਟ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਪਹੁੰਚੇ। ਆਪਣੀ ਇੱਕ NGO ਹੈਗੀ ਹੈ ਸਾਡੀ ਰੀਅਲ ਹਿਊਮਨ ਕਰਕੇ, ਅਸੀਂ ਇੱਧਰੋਂ ਆਏ ਹਾਂ। ਹੁਣ ਉਸ ਤੋਂ ਬਾਅਦ ਅਸੀਂ ਫਿਰ ਵੀ ਚਲੋ ਇਹਦਾ ਇੰਨਾ ਬੁਰਾ ਹਾਲ ਸੀਗਾ ਗਾਈ ਦਾ, ਇਹਦਾ ਸਾਰਾ ਪੇਟ ਫਟ ਚੁੱਕਾ ਤੇ ਇਹਦੇ ਟਾਂਕੇ ਲੱਗਣੇ ਸੀਗੇ ਤੇ ਮੈਂ ਇਹਦੀ ਹੈਲਪ ਵਾਸਤੇ ਕਾਰਪੋਰੇਸ਼ਨ ਵਾਲਿਆਂ ਨੂੰ ਫੋਨ ਕੀਤਾ। ਡਿਪਟੀ ਡਾਇਰੈਕਟਰ ਜਿਹੜੇ ਹੈਗੇ ਜੀ ਸੁਰਿੰਦਰ ਕਰਕੇ, ਉਹਨਾਂ ਨੇ ਇੱਕ ਬੰਦਾ ਭੇਜਿਆ ਜੀ ਆਪਣਾ। ਕਾਲ ਆਈ ਮੈਨੂੰ, ਕਹਿੰਦੇ ਤੁਸੀਂ ਕਿੱਥੇ ਹੋ ਜੀ। ਮੈਂ ਉਹਨਾਂ ਨੂੰ ਜਗ੍ਹਾ ਦੱਸੀ ਆ ਤੇ ਆਏ ਆ ਜਦੋਂ ਤੇ ਕਹਿੰਦੇ ਜੀ ਕਿ ਸਾਡੇ ਕੋਲ ਤਾਂ ਕੋਈ ਸਮਾਨ ਨਹੀਂ ਆ, ਕੋਈ ਟ੍ਰੀਟਮੈਂਟ ਨਹੀਂ ਦੇ ਸਕਦੇ, ਸਿਰਫ ਦੇਖਣ ਆਏ ਆ। ਤੇ ਉਸ ਤੋਂ ਬਾਅਦ ਡਾਕਟਰ ਸੁਮੇਸ਼ ਦਾ ਫੋਨ ਆਇਆ ਹੈਗਾ ਜੀ, ਜਿਹੜੇ ਵੈਟਨਰੀ ਦੇ ਹੈਗੇ ਆ ਜਿਨ੍ਹਾਂ ਨੇ ਇਲਾਜ ਕਰਨਾ ਸੀਗਾ। ਮੈਂ ਕਿਹਾ ਸਰ ਤੁਸੀਂ ਆ ਰਹੇ ਹੋ? ਕਹਿੰਦੇ ਜੀ ਸਾਡੇ ਕੋਲ ਇਸ ਵੇਲੇ ਕੁਝ ਵੀ ਨਹੀਂ ਹੈਗਾ, ਨਾ ਅਸੀਂ ਇਲਾਜ ਕਰ ਸਕਦੇ ਹਾਂ। ਤੁਸੀਂ ਆਪਣੇ ਕੋਲੋਂ ਗਾਈ ਚੁਕਾ ਕੇ ਹੈਲਪ ਕਰਵਾ ਕੇ ਕਿਸੇ ਕੋਲੋਂ ਤੁਸੀਂ ਕੈਟਲ ਪਾਊਂਡ ਪਹੁੰਚਾ ਦਿਓ। ਡੇਰਾ ਬੱਸੀ ਇੱਧਰ ਆਪਣਾ ਪਿੰਡ ਹੈ ਜਿੱਥੇ ਕੈਟਲ ਪਾਊਂਡ ਖੁੱਲ੍ਹਿਆ, ਅਤੇ ਤੁਹਾਡੇ ਅਕਾਊਂਟ 'ਚ 500-600 ਰੁਪਏ ਜਿਹੜਾ 400-500 ਜੋ ਵੀ ਬੰਦਾ ਤੇ ਪਾ ਦਾਂਗੇ। ਮੈਂ ਸਰ ਸਿਰਫ ਇਹੀ ਰਿਕੁਐਸਟ ਕਰਨਾ ਆ, ਸਾਨੂੰ ਇਸ ਮੌਕੇ 'ਤੇ ਟ੍ਰੀਟਮੈਂਟ ਚਾਹੀਦੀ ਹੈ। ਜਿਹਦਾ ਇੰਨਾ ਬੁਰਾ ਹਾਲਾਤ ਆ, ਉਹ ਮਰ ਸਕਦੀ ਹੈਗੀ ਆ ਤੇ ਕਹਿੰਦੇ ਜੀ ਅਸੀਂ ਤਾਂ ਇਲਾਜ ਨਹੀਂ ਕਰ ਸਕਦੇ, ਤੁਸੀਂ ਉੱਥੇ ਪਹੁੰਚਾ ਦਿਓ, ਅਸੀਂ ਸਵੇਰੇ ਤੁਹਾਨੂੰ ਟ੍ਰੀਟਮੈਂਟ ਕਰਵਾਵਾਂਗੇ ਸਾਰਾ ਜੋ ਵੀ ਹੈਗਾ। ਤੇ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਹੈ, ਕੋਈ ਟੀਮ ਨਹੀਂ ਹੈਗੀ, ਕੋਈ ਕੁਛ ਨਹੀਂ ਹੈਗਾ। ਅਸੀਂ ਪਿੱਛੇ ਜਿਹੀ ਵੀ ਹੜਤਾਲ ਕੀਤੀ ਸੀ ਕਿ 10 ਦਿਨ ਪਹਿਲਾਂ ਕਾਰਪੋਰੇਸ਼ਨ ਜਾ ਕੇ ਕੁੱਤੇ ਦੀ ਡੈਥ ਹੋ ਗਈ ਸੀਗੀ ਕਿਸੇ ਦੇ ਘਰ ਦੇ ਅੱਗੇ, 3 ਦਿਨ ਤੋਂ ਪਿਆ ਸੀ ਕਿ ਇੰਨੀ ਸਮੈਲ ਆ ਗਈ। ਜਦੋਂ ਉੱਥੇ ਜਾ ਕੇ ਅਸੀਂ ਧਰਨਾ ਦਿੱਤਾ ਹੈਗਾ ਆ ਤੇ ਕਹਿੰਦੇ ਸਮੈਲ ਆ ਰਹੀ, ਉਲਟੀ ਦਾ ਮਨ ਹੋ ਰਿਹਾ। ਤੇ ਜਿਨ੍ਹਾਂ ਦੇ ਘਰ ਦੇ ਅੱਗੇ ਪਈ ਆ ਕੋਈ ਜਾਨਵਰ ਪਿਆ ਸਮੈਲ ਮਾਰੇ ਕਰਦਾ, ਉਹਨਾਂ ਨੂੰ ਦਿੱਕਤ ਵੀ ਤਾਂ ਆ ਰਹੀ ਹੋਏਗੀ। ਤੇ ਕਾਰਪੋਰੇਸ਼ਨ ਵਾਲੇ ਕਹਿ ਰਹੇ ਜੀ ਕਿ ਸਾਨੂੰ ਇੰਨੀ ਸਮੈਲ ਆ ਰਹੀ, ਦਿੱਕਤ ਆ ਰਹੀ ਆ ਤੇ ਸਰਕਾਰ ਵੱਲੋਂ ਕੋਈ ਹੈਲਪ ਹੀ ਨਹੀਂ। ਕਹਿੰਦੇ ਜੀ ਅਸੀਂ 32 ਲੱਖ ਦੀ ਗੱਡੀ ਬਣਾ ਰਹੇ ਹਾਂ, ਕਦੀ ਕੁਛ ਆ, ਹਰ ਵੇਲੇ ਸਾਨੂੰ ਟਾਲ ਮਟੋਲ ਕਰਦੇ ਰਹਿੰਦੇ ਆ, ਕੋਈ ਹੈਲਪ ਨਹੀਂ ਆਉਂਦੀ। ਕੀ ਸਮੱਸਿਆ ਜੀ? ਸਮੱਸਿਆ ਜੀ 5 ਵਜੇ ਗਾਂ ਦਾ ਇੱਥੇ ਐਕਸੀਡੈਂਟ ਹੋਇਆ ਜੀ ਤੇ ਇੱਥੇ ਬੰਦੇ ਇਕੱਠੇ ਹੋਣ, ਕੋਈ ਚੱਕੇ ਨਹੀਂ, ਕੋਈ ਗੱਲ ਨਹੀਂ ਬਾਤ। ਫਿਰ ਗਾਈ ਨੇ ਉੱਥੋਂ ਆਪਣੀ ਕੋਸ਼ਿਸ਼ ਕਰਕੇ ਉੱਥੇ ਚਲ ਗਈ, ਭੜੋਲੀ ਦਾ ਬੋਰਡ ਲਿਖਿਆ ਸਾਹਮਣੇ। ਫਿਰ ਉਹਨੂੰ ਚੱਕ ਕੇ ਉਹ ਇੱਥੇ ਆ ਗਈ, ਫਿਰ ਉੱਥੋਂ ਚਲਦੀ ਇੱਥੇ ਡਿੱਗ ਗਈ। ਫਿਰ ਜਿਹਨੂੰ ਵੀ ਫੋਨ ਕਰੀਏ ਕੋਈ ਆਣ ਡਿਆ, ਕੋਈ ਜਾ ਰਿਹਾ, ਕੋਈ ਗੱਲਬਾਤ ਨਹੀਂ ਕਹਿਣਾ। ਫਿਰ ਅਸੀਂ ਕਾਰਪੋਰੇਸ਼ਨ ਵਾਲਿਆਂ ਨੂੰ ਫੋਨ ਕੀਤਾ, ਉਹਨਾਂ ਡਾਕਟਰ ਦਾ ਨੰਬਰ ਦੇ ਦਿੱਤਾ ਤੇ ਉਹਨਾਂ ਨੇ ਕੋਈ ਸਾਡੀ ਹੈਲਪ ਨਹੀਂ ਕੀਤੀ। ਡਾਕਟਰ ਨੇ ਕਿਹਾ ਕਿ ਤੁਸੀਂ ਇੱਦਾਂ ਕਰੋ ਕਿ ਇਹਨੂੰ ਆਪਣੇ ਕਿਤੇ ਉੱਥੇ ਪਹੁੰਚਾ ਦਿਓ ਤੁਸੀਂ ਤੇ 500-400 ਰੁਪਇਆ ਜਿਹੜਾ ਲੱਗਦਾ ਤੁਹਾਡੇ ਅਕਾਊਂਟ 'ਚ ਪਾ ਦਿੰਦੇ ਆ ਜੀ। ਔਰ ਫਿਰ ਉਹਦੇ ਬਾਅਦ ਅਸੀਂ ਦੂਜੇ ਪਾਸੇ ਕੀਤਾ ਫੋਨ, ਉਹਨਾਂ ਵੀ ਸਾਨੂੰ ਕੋਈ ਨਹੀਂ, ਕਹਿੰਦੇ ਹਾਂਜੀ ਆ ਰਹੇ ਆ ਜੀ, ਕੋਈ ਗੱਲ ਨਹੀਂ, ਆਉਂਦੇ ਆ। ਉਹ ਫਿਰ ਬੰਦੇ ਆਏ ਨੇ 2 ਕਮੇਟੀ ਵਾਲੇ, ਉਹ ਦੇਖਣ ਆਇਆ। ਮੈਂ ਕਿਹਾ ਭਾਜੀ ਹਾਂਜੀ ਤੁਸੀਂ ਆਏ ਹੋ? ਕਹਿੰਦੇ ਅਸੀਂ ਦੇਖਣ ਹੀ ਆਏ। ਮੈਂ ਕਿਹਾ ਯਾਰ ਦੇਖਣ ਕੀ ਆਏ ਹੋ ਤੁਸੀਂ, ਕੀ ਕਰਨਾ ਹੈ? ਭੱਜੋ ਇੱਥੋਂ। ਮੈਂ ਕਿਹਾ ਜਾਂ ਤਾਂ ਕੋਈ ਡਾਕਟਰ ਨੂੰ ਲੈ ਕੇ ਆਉਂਦੇ ਜਾਂ ਕੋਈ ਟ੍ਰੀਟਮੈਂਟ ਕਰੋ। ਗਾਈ ਦੇ ਸਾਰਾ ਬਹੁਤ ਬੁਰਾ ਹਾਲ ਹੈ। ਇਹਨਾਂ ਨੇ ਤੁਸੀਂ ਪੈਸੇ ਲੈਂਦੇ ਹੋ। ਮੈਂ ਬਹੁਤ ਕੁਝ ਬੋਲਿਆ ਉਹਨਾਂ ਨੂੰ, ਪਰ ਉਹਨਾਂ ਨੇ ਕੋਈ ਜਵਾਬ ਨਹੀਂ ਮੈਨੂੰ ਦਿੱਤਾ। ਮੈਨੂੰ ਕਹਿੰਦੇ ਮੇਰੇ ਸਾਡੇ ਤੋਂ ਪਰੇ ਹੋ ਜਾ ਯਾਰ, ਸਾਨੂੰ ਕਰੋਨਾ ਫਲਾਣਾ ਇੱਦਾਂ। ਉਹ ਪਤਾ ਨਹੀਂ ਲੱਗਾ ਕਿੱਧਰ ਖਿਸਕ ਗਏ। ਪਠਾਨਕੋਟ ਤੋਂ ਕੈਮਰਾਮੈਨ ਅਭਿਸ਼ੇਕ ਭਾਰਦਵਾਜ ਦੇ ਨਾਲ ਅਜੇ ਸੈਣੀ ਦੀ ਰਿਪੋਰਟ।